खोलांगे करंथिया की किताब, पहला करंथिया, करंथिया जो पत्र लिखा गया खोलांगे, ਉਹਦਾ 13 अध्याय खोलांगे। हाँ जी, एक तो पढ़ दीजिए। ਹੁਣ ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਦੱਸਦਾ ਹਾਂ। सुनिए, बाइबल ਦੇ ਵਿੱਚ ਸਭ ਤੋਂ ਉੱਤਮ ਰਸਤਾ ਪਰਮੇਸ਼ਰ ਸਾਨੂੰ ਦੱਸਣ ਜਾ ਰਿਹਾ ਹੈ। ਹਾਲੇਲੂਇਆ। ਹਾਂਜੀ। ਬੇਸ਼ੱਕ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਵੀ ਕਿਉਂ ਨਾ ਬੋਲਾਂ, ਹਾਂ, ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਇੱਕ ਟੰਟਨ ਕਰਦੇ ਹੋਏ ਟੱਲ ਜਾਂ ਛੰਛਣ ਕਰਦੇ ਹੋਏ ਸ਼ੈਣੇ ਦੀ ਤਰ੍ਹਾਂ ਹਾਂ। ਹਾਂਜੀ, ਰੁਕ ਜਾਈਏ। ਹਾਲੇਲੂਇਆ। ਹਾਲੇਲੂਇਆ। ਸੋ ਇੱਥੇ ਪਰਮੇਸ਼ਰ ਦਾ ਦਾਸ ਪੌਲਸ ਕਹਿ ਰਿਹਾ ਹੈ, ਕਹਿੰਦਾ ਜੇਕਰ ਮੈਂ ਸਵਰਗਦੂਤਾਂ ਦੀ ਭਾਸ਼ਾ ਬੋਲਾਂ, ਅਰਥਾਤ ਜਿਹਨੂੰ ਅਸੀਂ ਗੈਰ ਜ਼ੁਬਾਨ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਉੱਤਮ ਭਾਸ਼ਾ ਹੈ, ਪੌਲਸ ਕਹਿੰਦਾ ਹੈ ਕਿ ਚਾਹੇ ਇੱਕ ਵਿਅਕਤੀ ਉਸ ਸਵਰਗਦੂਤਾਂ ਦੀ ਭਾਸ਼ਾ ਵੀ ਕਿਉਂ ਨਾ ਬੋਲੇ, ਪਰ ਜੇ ਉਹਦੇ ਅੰਦਰ ਪਿਆਰ ਨਹੀਂ ਤਾਂ ਕਹਿੰਦੇ ਉਹ ਟੱਲੀ ਵਰਗਾ ਹੈ। ਹਾਲੇਲੂਇਆ। ਭੇਤਾਂ ਦਾ ਗਿਆਨ ਅਤੇ ਸਭ ਤਰ੍ਹਾਂ ਦੀ ਸਮਝ ਕਿਉਂ ਨਾ ਹੋਵੇ, ਇਥੋਂ ਤੱਕ ਕਿ ਪਹਾੜਾਂ ਨੂੰ ਹਿਲਾ ਦੇਣ ਵਾਲਾ ਵਿਸ਼ਵਾਸ ਵੀ ਕਿਉਂ ਨਾ ਹੋਵੇ, ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਕੁਝ ਵੀ ਨਹੀਂ ਹਾਂ। ਬੇਸ਼ੱਕ ਮੈਂ ਆਪਣਾ ਸਾਰਾ ਧਨ ਮਾਲ ਪੁੰਨ ਦਾਨ ਵਿੱਚ ਕਿਉਂ ਨਾ ਵੰਡ ਦੇਵਾਂ, ਇਥੋਂ ਤੱਕ ਕਿ ਆਪਣੇ ਸਰੀਰ ਨੂੰ ਬਲਨ ਦੇ ਲਈ ਦੇ ਦੇਵਾਂ, ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਤਾਂ ਮੈਨੂੰ ਇਸ ਸਭ ਤੋਂ ਕੋਈ ਲਾਭ ਨਹੀਂ ਹੈ। ਹਾਂਜੀ, ਪਿਆਰ। ਹਾਂ, ਇੱਕ ਮਿੰਟ ਇੱਥੇ ਰੁਕੀਏ। ਹਾਲੇਲੂਇਆ। ਸੋ ਪੌਲਸ ਇੱਥੇ ਕਹਿੰਦਾ ਭਾਵੇਂ ਮੈਂ ਅਗੰਮ ਵਾਕ ਕਰਾਂ, ਮਤਲਬ ਭਵਿੱਖਬਾਣੀਆਂ ਕਰਾਂ, ਭਾਵੇਂ ਮੈਂ ਗੈਰ ਜ਼ੁਬਾਨ ਬੋਲਾਂ ਜੋ ਕਿ ਫਰਿਸ਼ਤਿਆਂ ਦੀ ਭਾਸ਼ਾ ਹੈ, ਜੇ ਮੇਰੇ ਵਿੱਚ ਪਿਆਰ ਨਹੀਂ ਤਾਂ ਮੈਂ ਕੁਝ ਵੀ ਨਹੀਂ। ਹਾਲੇਲੂਇਆ। ਔਰ ਪੌਲਸ ਇਹਨੂੰ ਸਭ ਤੋਂ ਉੱਤਮ ਰਸਤਾ ਦੱਸ ਰਿਹਾ ਹੈ। ਹਾਲੇਲੂਇਆ। ਹੁਣ ਜੋ ਰਸਤਾ ਹੈ ਉਹ ਸਾਨੂੰ ਕਿਸੇ ਨਾ ਕਿਸੇ ਮੰਜ਼ਿਲ ਦੀ ਤਰਫ ਲੈ ਕੇ ਜਾਂਦਾ ਹੈ। ਔਰ ਪ੍ਰਭੂ ਯਿਸੂ ਮਸੀਹਾ ਜੀ ਜਿਸ ਤਰ੍ਹਾਂ ਕਹਿੰਦੇ ਹਨ, ਕਹਿੰਦੇ ਕਿ ਰਸਤਾ ਕੀ ਹਾਂ? ਮੈਂ ਹਾਂ। ਔਰ ਪ੍ਰਭੂ ਯਿਸੂ ਮਸੀਹਾ ਕਹਿੰਦੇ ਕਿ ਮੈਂ ਪਿਆਰ ਹਾਂ। ਜੇ ਕੋਈ ਪਿਆਰ ਨਹੀਂ ਕਰਦਾ ਤਾਂ ਉਹਨੇ ਕਦੀ ਯਿਸੂ ਨੂੰ ਜਾਣਿਆ ਵੀ ਨਹੀਂ, ਬਾਈਬਲ ਇਸ ਤਰ੍ਹਾਂ ਕਹਿੰਦਾ ਹੈ। ਹਾਲੇਲੂਇਆ। ਸੋ ਪੌਲਸ ਇੱਕ ਰਸਤਾ ਦੱਸਦਾ ਹੈ ਕਿ ਇੱਕ ਤਾਂ ਰਸਤਾ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਪ੍ਰਭੂ ਯਿਸੂ ਮਸੀਹਾ ਨੂੰ ਕਬੂਲ ਕਰਨਾ ਹੈ, ਉਹਦੇ ਤੇ ਵਿਸ਼ਵਾਸ ਕਰਨਾ ਹੈ, ਔਰ ਉਹਦੇ ਨਾਲ ਇੱਕ ਹੋਰ ਉੱਤਮ ਰਸਤਾ ਪੌਲਸ ਕਹਿ ਰਿਹਾ ਹੈ ਜਿਹਦੇ ਤੇ ਸਾਨੂੰ ਚੱਲਣਾ ਹੈ, ਉਹ ਹੈ ਪਿਆਰ। ਹਾਲੇਲੂਇਆ। ਔਰ ਜੇ ਭਵਿੱਖਬਾਣੀ ਤੱਕ ਵੀ ਕਰਾਂ, ਕਹਿੰਦਾ ਜੇ ਪਿਆਰ ਨਹੀਂ ਤਾਂ ਮੈਂ ਕੁਝ ਵੀ ਨਹੀਂ। ਫਿਰ ਕਹਿੰਦਾ ਜੇ ਮੇਰੇ ਕੋਲ ਇੰਨਾ ਵਿਸ਼ਵਾਸ ਹੋਵੇ ਕਿ ਮੈਂ ਪਹਾੜਾਂ ਨੂੰ ਹਿਲਾ ਦੇਵਾਂ, ਪਹਾੜਾਂ ਨੂੰ ਹਿਲਾਉਣਾ ਕੋਈ ਛੋਟੀ ਗੱਲ ਨਹੀਂ, ਵੱਡੀ ਮੁਸ਼ਕਿਲਾਂ ਨੂੰ ਹਿਲਾ ਦੇਵਾਂ, ਪਰ ਕਹਿੰਦਾ ਜੇ ਪਿਆਰ ਨਹੀਂ ਤਾਂ। ਹੁਣ ਅਸੀਂ ਸਭ ਲੋਕੀ ਫੇਰ ਕਹਿਣਾ ਸ਼ੁਰੂ ਹੋ ਜਾਂਦੇ ਆ ਸਾਡੇ ਵਿੱਚ ਤਾਂ ਪਿਆਰ ਹੈ ਜੀ। ਕੋਈ ਵੀ ਵਿਅਕਤੀ ਆ ਨਹੀਂ ਮੰਨਦਾ ਕਿ ਮੇਰੇ ਅੰਦਰ ਪਿਆਰ ਨਹੀਂ। ਹਾਲੇਲੂਇਆ। ਕਿਉਂਕਿ ਹਰ ਇੱਕ ਵਿਅਕਤੀ ਪਿਆਰ ਦੀ ਪਰਿਭਾਸ਼ਾ ਆਪਣੇ ਹਿਸਾਬ ਨਾਲ ਦਿੰਦਾ ਹੈ। ਸੋ ਹੁਣ ਦੇਖਾਂਗੇ ਪੌਲਸ ਦੇ ਹਿਸਾਬ ਦੇ ਨਾਲ, ਇਸ ਬਾਈਬਲ ਦੇ ਹਿਸਾਬ ਦੇ ਨਾਲ ਪਿਆਰ ਦੀ ਪਰਿਭਾਸ਼ਾ ਕੀ ਹੈ ਦੇਖਾਂਗੇ। ਹਾਂਜੀ, ਹੁਣ ਅੱਗੇ ਪੜ੍ਹੀਏ। ਪਿਆਰ ਸਹਿਨਸ਼ੀਲ ਅਤੇ ਦਿਆਲੂ ਹੈ। ਸੁਣੀਏ, ਹੁਣ ਪਿਆਰ ਸਭ ਤੋਂ ਪਹਿਲਾਂ ਕੀ ਹੈ? ਸਹਿਨਸ਼ੀਲ, ਮਤਲਬ ਉਹ ਸਹਿੰਦਾ ਹੈ। ਹਾਲੇਲੂਇਆ। ਇੱਕ ਪਤੀ ਔਰ ਪਤਨੀ ਜਦ ਪਿਆਰ ਕਰਦੇ ਹਾਂ ਤਾਂ ਤੁਸੀਂ ਦੇਖਿਆ ਕਦੀ ਪਤੀ ਨੇ ਕੁਝ ਕਿਹਾ ਹੋਵੇ ਤਾਂ ਪਤਨੀ ਕਹੇ ਕਿ ਮੈਂ ਚੱਲੀ ਪੇਕੇ ਬੜੀ ਛੇਤੀ, ਕਈ ਕਹਿ ਦਿੰਦੀ ਹੈ, ਉਹ ਜਦ ਹੱਦੋਂ ਵੱਧ ਹੁੰਦਾ ਕਹਿ ਦਿੰਦੀ ਆ, ਪਰ ਅਸਲੀ ਪਿਆਰ ਕੀ ਹੈ? ਉਹ ਸਹਿਨਸ਼ੀਲਤਾ ਹੈ। ਹਾਲੇਲੂਇਆ। ਉਹ ਸਹਿ ਲੈਂਦਾ ਹੈ, ਉਹ ਮੁਸ਼ਕਿਲਾਂ ਨੂੰ, ਆਪਣੇ ਖਿਲਾਫ ਕੀਤੀਆਂ ਗਈਆਂ ਗੱਲਾਂ ਨੂੰ, ਹਰ ਚੀਜ਼ ਨੂੰ ਸਹਿੰਦਾ ਹੈ। ਔਰ ਪ੍ਰਭੂ ਯਿਸੂ ਮਸੀਹਾ ਨੇ ਇਹ ਮਿਸਾਲ ਕਰਕੇ ਦਿਖਾਈ। ਪ੍ਰਭੂ ਯਿਸੂ ਮਸੀਹਾ ਕਹਿੰਦੇ ਮੈਨੂੰ ਕਿਉਂ ਕੁੱਟਦੇ ਹੋ? ਮੈਂ ਤੁਹਾਨੂੰ ਕੁਝ ਕਿਹਾ? ਹਾਲੇਲੂਇਆ। ਉਹਨਾਂ ਨੇ ਸਹਿ ਲਿਆ। ਹਾਲੇਲੂਇਆ। ਕਿਉਂ? ਕਿਉਂਕਿ ਉਹ ਪਿਆਰ ਕਰਦੇ ਸੀ। ਹਾਂਜੀ, ਅੱਗੇ। ਅਤੇ ਦਿਆਲੂ ਹੈ। ਹਾਂ, ਦੂਜੀ ਚੀਜ਼ ਕੀ ਹੈ? ਉਹ ਦਿਆਲੂ ਹੈ, ਉਹ ਦਇਆ ਕਰਦਾ ਹੈ, ਉਹ ਤਰਸ ਖਾਂਦਾ ਹੈ। ਜੇ ਕਿਸੇ ਨੂੰ ਕਿਸੇ ਚੀਜ਼ ਦੀ ਤੰਗੀ ਦੇ ਵਿੱਚ ਹੈ ਤਾਂ ਉਹ ਉਹਦੇ ਤੇ ਤਰਸ ਖਾ ਕੇ ਉਹਦੀ ਮਦਦ ਕਰਦਾ ਹੈ। ਹਾਂਜੀ। ਪਿਆਰ ਈਰਖਾਲੂ ਨਹੀਂ। ਹਾਂ, ਤੀਜੀ ਗੱਲ ਦੱਸਦਾ, ਕਹਿੰਦਾ ਪਿਆਰ ਈਰਖਾਲੂ ਨਹੀਂ, ਮਤਲਬ ਉਹ ਜੈਲਸ ਨਹੀਂ ਕਰਦਾ, ਈਰਖਾ ਨਹੀਂ ਕਰਦਾ। ਹੁਣ ਬਾਈਬਲ ਦੇ ਵਿੱਚ ਅਸੀਂ ਦੇਖੀਏ ਕਿ ਈਰਖਾ ਜੋ ਹੈ ਕਈ ਸੱਸਾਂ ਕਰਦੀਆਂ ਹਨ ਜਾਂ ਨੂੰਹਾਂ ਕਰਦੀਆਂ ਹਨ ਜਾਂ ਆਪਸ ਵਿੱਚ ਭੈਣਾਂ ਦੀ ਹੁੰਦੀ ਹੈ, ਪਰ ਬਾਈਬਲ ਸਾਨੂੰ ਕਹਿੰਦਾ ਤੇਰਾ ਭਰਾ ਜਾਂ ਤੇਰਾ ਭੈਣ ਜਾਂ ਤੇਰਾ ਗੁਆਂਢੀ ਕੌਣ ਹੈ? ਹਰ ਕੋਈ ਜੋ ਸਾਡੇ ਇਰਦ ਗਿਰਦ ਹੈ ਨਾ,
ਜੋ ਸਾਡੇ ਨਾਲ ਮਿਲਦਾ ਵਰਤਦਾ ਹੈ ਉਹ ਸਾਡਾ ਗੁਆਂਢੀ ਹੈ। ਹਾਲੇਲੂਇਆ। ਹਾਲੇਲੂਇਆ। ਔਰ ਜੇ ਸਾਡੇ ਅੰਦਰ ਪਰਮੇਸ਼ਰ ਦਾ ਪਿਆਰ ਹੋਊਗਾ ਤਾਂ ਉਹ ਈਰਖਾ ਨਹੀਂ ਕਰੂਗਾ, ਉਹ ਜੈਲਸ ਨਹੀਂ ਕਰੂਗਾ। ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਦੇ ਸੀ, ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀ ਕਿ ਇਹਦੀ ਕਮੀਜ਼ ਮੇਰੀ ਕਮੀਜ਼ ਤੋਂ ਸਫੇਦ ਕਿੱਦਾਂ। ਉਹ ਇੱਕ ਈਰਖਾ ਦਾ ਰੂਪ ਹੈ। ਉਹ ਦਿਖਾਇਆ ਗਿਆ ਕਿ ਮੇਰੇ ਤੋਂ ਵਧੀਆ ਕਿੱਦਾਂ, ਇਹਦੇ ਬੱਚੇ ਮੇਰੇ ਤੋਂ ਵਧੀਆ ਕਿੱਦਾਂ ਪੜ੍ਹ ਗਏ। ਇਹ ਸਭ ਈਰਖਾਵਾਂ ਹਨ। ਹਾਲੇਲੂਇਆ। ਇਸ ਤਰ੍ਹਾਂ ਦੀ ਈਰਖਾ ਕਿ ਉਹ ਮੇਰੇ ਤੋਂ ਵਧੀਆ ਕਿੱਦਾਂ, ਉਹਦਾ ਕੰਮ ਮੇਰੇ ਤੋਂ ਵਧੀਆ ਕਿੱਦਾਂ, ਉਹਦੇ ਕੋਲ ਪੈਸੇ ਮੇਰੇ ਤੋਂ ਜ਼ਿਆਦਾ ਵਧੀਆ ਕਿੱਦਾਂ, ਉਹ ਮੇਰੇ ਤੋਂ ਸੋਹਣਾ ਜ਼ਿਆਦਾ ਕਿੱਦਾਂ, ਉਹ ਮੇਰੇ ਤੋਂ ਤਕੜਾ ਜ਼ਿਆਦਾ ਕਿੱਦਾਂ। ਇਹ ਸਭ ਕੀ ਹਨ? ਈਰਖਾਵਾਂ ਦਾ ਰੂਪ ਹਨ। ਔਰ ਜੋ ਪਰਮੇਸ਼ਰ ਦਾ ਪਿਆਰ ਤੁਹਾਡੇ ਅੰਦਰ ਜੇ ਹੋਵੇਗਾ ਤਾਂ ਉਹ ਈਰਖਾ ਨਹੀਂ ਹੋਵੇਗੀ। ਹਾਂਜੀ ਅੱਗੇ। ਹੰਕਾਰੀ ਨਹੀਂ। ਹਾਂ, ਫਿਰ ਉਹ ਹੰਕਾਰ ਨਹੀਂ ਕਰਦਾ, ਉਹ ਮੈਂ ਨਹੀਂ ਕਰਦਾ ਕਿ ਮੈਂ ਤੇਰੇ ਨਾਲ ਆ ਕੀਤਾ, ਮੈਂ ਤੈਨੂੰ ਆ ਹੈਲਪ ਕੀਤੀ, ਮੈਂ ਤੈਨੂੰ ਉਹ ਹੈਲਪ ਕੀਤੀ, ਮੈਂ ਤੈਨੂੰ ਇੰਨੇ ਪੈਸੇ ਦਿੱਤੇ। ਉਹ ਸੁਣਾਉਂਦਾ ਨਹੀਂ, ਉਹ ਹੰਕਾਰ ਨਹੀਂ ਕਰਦਾ, ਉਹ ਘਮੰਡ ਨਹੀਂ ਕਰਦਾ ਕਿ ਮੈਂ ਸਭ ਤੋਂ ਵਧੀਆ। ਜੇ ਪਰਮੇਸ਼ਰ ਦਾ ਪਿਆਰ ਹੈ। ਹਾਂਜੀ। ਅਤੇ ਹਠੀ ਨਹੀਂ ਹੈ। ਔਰ ਹੱਠ ਮਤਲਬ ਜ਼ਿੱਦ ਨਹੀਂ ਕਰਦਾ ਕਿਸੇ ਚੀਜ਼ ਲਈ। ਉਹ ਸਰਕਮਸਟੈਂਸਿਸ ਨੂੰ ਦੇਖਦਾ ਹੈ ਔਰ ਉਹਦੇ ਵਿੱਚ ਤਬਦੀਲ ਹੋ ਜਾਂਦਾ ਹੈ। ਉਹ ਇੱਕ ਚੀਜ਼ ਤੇ ਅੜ ਨਹੀਂ ਜਾਂਦਾ ਕਿ ਮੈਨੂੰ ਆਹੀ ਚਾਹੀਦਾ ਹੈ ਜਿੱਦਾਂ ਮਰਜ਼ੀ ਆਵੇ। ਨਹੀਂ, ਜੇ ਤੁਹਾਡਾ ਪਿਆਰ ਹੈ ਤਾਂ ਤੁਸੀਂ ਕਹੋਗੇ ਕਿ ਨਹੀਂ, ਮੈਂ ਦੇਖਾਂਗੇ ਜੇ ਆ ਚੀਜ਼ ਹੋ ਸਕਦਾ ਹੈ ਮੇਰੇ ਕੋਲ ਤਾਂ ਠੀਕ ਹੈ, ਜੇ ਨਹੀਂ ਹੋ ਸਕਦਾ ਕੋਈ ਚੱਕਰ ਨਹੀਂ। ਹਾਲੇਲੂਇਆ। ਹਾਲੇਲੂਇਆ। ਹਾਂਜੀ ਅੱਗੇ। ਪਿਆਰ ਬੁਰਾ ਵਰਤਾਅ ਨਹੀਂ ਕਰਦਾ। ਹਾਂ, ਉਹ ਕਿਸੇ ਦੇ ਨਾਲ ਬੁਰਾ ਵਰਤਾਓ ਨਹੀਂ ਕਰਦਾ। ਬੁਰਾ ਵਰਤਾਓ ਜੋ ਹੁੰਦਾ ਹੈ ਉਹ ਕਿਸੇ ਨਾ ਕਿਸੇ ਨੂੰ ਕੀ ਦਰਦ ਦਿੰਦਾ ਹੈ, ਕਿਸੇ ਨੂੰ ਤਕਲੀਫ ਕਰਦਾ ਹੈ। ਪਿਆਰ ਕੋਈ ਵੀ ਏਦਾਂ ਦਾ ਕਦਮ ਨਹੀਂ ਚੱਕਦਾ ਜਿਹਦੇ ਨਾਲ ਕਿਸੇ ਨੂੰ ਤਕਲੀਫ ਹੋਵੇ। ਹਾਲੇਲੂਇਆ। ਹਾਲੇਲੂਇਆ। ਜੇ ਅਸੀਂ ਪਿਆਰ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਯਾਰ ਉਹਨੂੰ ਤਕਲੀਫ ਨਾ ਹੋਵੇ। ਫੋਰ ਐਗਜ਼ਾਮਪਲ, ਇੱਕ ਪਤਨੀ ਸੋ ਰਹੀ ਹੈ ਔਰ ਪਤੀ ਦੀ ਸ਼ਿਫਟ 5 ਵਜੇ ਤੜਕੇ ਹੈ, ਤਾਂ ਪਤੀ ਜੇ ਪਿਆਰ ਕਰਦਾ ਤਾਂ ਕੋਸ਼ਿਸ਼ ਕਰੇਗਾ ਕਿ ਮੈਂ ਹੌਲੀ ਹੌਲੀ ਉੱਠਾਂ, ਬੜੇ ਧਿਆਨ ਦੇ ਨਾਲ ਪੈਰ ਰੱਖਾਂ ਤਾਂ ਕਿ ਮੇਰੀ ਪਤਨੀ ਡਿਸਟਰਬ ਨਾ ਹੋ ਜਾਵੇ, ਉਹਦੀ ਨੀਂਦ ਨਾ ਖਰਾਬ ਹੋ ਜਾਵੇ। ਆ ਨਹੀਂ ਕਿ ਮੇਰੀ 5 ਵਜੇ ਸ਼ਿਫਟ ਹੈ, ਤੇਰੀ 10 ਵਜੇ, ਤਾਂ ਮੇਰੇ ਨਾਲ ਉੱਠਣਾ ਹੀ ਪੈਣਾ। ਨਹੀਂ, ਪਿਆਰ ਜੋ ਹੈ ਉਹ ਕਿਸੇ ਨੂੰ ਦਰਦ ਨਹੀਂ ਪਹੁੰਚਾਉਂਦਾ, ਕਿਸੇ ਨੂੰ ਨੁਕਸਾਨ ਨਹੀਂ ਕਰਦਾ। ਸਾਨੂੰ ਪਤਾ ਬਾਈਬਲ ਦੇ ਵਿੱਚ ਲਿਖਿਆ ਹੈ ਪੁਰਾਣੇ ਨਿਯਮ 'ਚ ਕਿ ਸਵੇਰੇ ਉੱਠ ਕੇ ਆਪਣੇ ਗਵਾਂਢੀ ਨੂੰ ਉੱਚੀ ਆਵਾਜ਼ ਦੇ ਨਾਲ ਬਰਕਤ ਵੀ ਨਾ ਦੇ, ਕਿਤੇ ਏਦਾਂ ਨਾ ਹੋਵੇ ਉਹਦੇ ਲਈ ਉਹ ਪਾਪ ਬਣ ਜਾਵੇ। ਹੁਣ ਮੰਨ ਲਓ ਅਸੀਂ ਸੁੱਤੇ ਹੋਏ ਆ, ਹਨਾ, ਤੁਸੀਂ ਸੁੱਤੇ ਹੋਏ ਹੋ, ਮੈਂ ਤੜਕੇ ਉੱਠ ਕੇ ਹਾਲੇਲੂਇਆ ਹਾਲੇਲੂਇਆ ਕਰਾਂ, ਹਨਾ, ਇਹਨਾਂ ਨੂੰ ਬਰਕਤ ਮਿਲੇ, ਇਹਨਾਂ ਨੂੰ ਬਰਕਤ ਮਿਲੇ, ਤਾਂ ਇਹਨਾਂ ਦੀ ਨੀਂਦ ਖਰਾਬ ਹੋ ਜਾਵੇ, ਤਾਂ ਇਹਨਾਂ ਕਹੇ ਉਹ ਹੋਆ ਕੀ ਹੋ ਗਿਆ। ਪਰ ਉਹ ਕੀ ਆ, ਮੈਂ ਤਾਂ ਇਹਨੂੰ ਬਰਕਤ ਦਿੱਤੀ ਪਰ ਇਹਦੇ ਲਈ ਉਹ ਪਾਪ ਹੋ ਜਾਊਗਾ। ਸੋ ਬਾਈਬਲ ਸਾਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣ ਨੂੰ ਕਹਿੰਦਾ ਹੈ ਕਿ ਅਸੀਂ ਇੱਕ ਦੂਜੇ ਦੇ ਕੰਫਰਟ ਲੈਵਲ ਦਾ ਖਿਆਲ ਰੱਖੀਏ। ਪਤੀ ਪਤਨੀ ਇੱਕ ਦੂਜੇ ਦੇ ਕੰਫਰਟ ਲੈਵਲ ਦਾ ਖਿਆਲ ਰੱਖਣ, ਬੱਚੇ ਆਪਣੇ ਮਾਤਾ ਪਿਤਾ ਦੇ ਕੰਫਰਟ ਲੈਵਲ ਦਾ ਖਿਆਲ ਰੱਖਣ। ਹਾਲੇਲੂਇਆ। ਉਹ ਕੀ ਆ, ਉਹਨਾਂ ਨੂੰ ਦਰਦ ਨਾ ਕਰਾਉਣ, ਉਹਨਾਂ ਨੂੰ ਦੁੱਖ ਨਾ ਦੇਣ। ਹਾਲੇਲੂਇਆ। ਹਾਂਜੀ ਅੱਗੇ। ਆਪਣਾ ਲਾਭ ਨਹੀਂ ਦੇਖਦਾ। ਹਾਂ, ਫਿਰ ਅਗਲੀ ਗੱਲ, ਪਿਆਰ ਕੀ ਕਰਦਾ ਹੈ? ਆਪਣਾ ਲਾਭ ਨਹੀਂ ਦੇਖਦਾ। ਉਹ ਇਹਦੇ ਵਿੱਚ ਆ ਨਹੀਂ ਦੇਖਦਾ ਕਿ ਮੇਰਾ ਲਾਭ ਹੋਊਗਾ ਕਿ ਨਹੀਂ ਹੋਊਗਾ। ਉਹ ਕੀ ਕਰਦਾ ਹੈ? ਉਹ ਬਸ ਕਰ ਦਿੰਦਾ ਹੈ, ਜਿਹਨੂੰ ਲੋੜ ਹੈ ਉਹ ਦੇ ਦਿੱਤਾ। ਉਹਨੇ ਆ ਨਹੀਂ ਦੇਖਿਆ ਕਿ ਇਹਦੇ ਵਿੱਚ ਮੈਨੂੰ ਕਿੰਨਾ ਫਾਇਦਾ ਹੋਊਗਾ ਜਾਂ ਮੈਨੂੰ ਕੀ ਨੁਕਸਾਨ ਤਾਂ ਨਹੀਂ ਹੁੰਦਾ। ਹਾਂਜੀ ਅੱਗੇ। ਚਿੜਦਾ ਨਹੀਂ। ਉਹ ਚਿੜਦਾ ਨਹੀਂ ਹੈ। ਹਾਂਜੀ ਅੱਗੇ। ਅਤੇ ਬੁਰਾਈ ਤੋਂ ਪ੍ਰਸੰਨ ਨਹੀਂ ਹੁੰਦਾ। ਹਾਂ, ਔਰ ਬੁਰਾਈ ਤੋਂ ਪ੍ਰਸੰਨ ਨਹੀਂ ਹੁੰਦਾ। ਜੇ ਅਸੀਂ ਪਿਆਰ ਕਰਦੇ ਹਾਂ, ਸਾਡੇ ਬੱਚਿਆਂ ਨੂੰ ਪਿਆਰ ਕਰਦੇ ਹੋਗੇ ਤਾਂ ਸਾਡੇ ਬੱਚੇ ਕੋਈ ਬੁਰਾ ਕੰਮ ਕਰੂਗੇ, ਅਸੀਂ ਖੁਸ਼ ਹੋਗੇ? ਨਹੀਂ। ਹਾਲੇਲੂਇਆ। ਅਸੀਂ ਉਹਨਾਂ ਦਾ ਸਾਥ ਵੀ ਨਹੀਂ ਦੇਵਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਆ ਬੁਰੇ ਕੰਮ ਦੇ ਵਿੱਚ ਅਸੀਂ ਸਾਥ ਨਹੀਂ ਦੇਣਾ। ਉਸੇ ਤਰ੍ਹਾਂ ਪਤੀ ਔਰ ਪਤਨੀ ਹਨ, ਉਸੇ ਤਰ੍ਹਾਂ ਮਾਤਾ ਪਿਤਾ ਹਨ। ਹਾਲੇਲੂਇਆ। ਤੁਹਾਨੂੰ ਪਤਾ ਬਾਈਬਲ ਦੇ ਵਿੱਚ ਇੱਕ ਜਗ੍ਹਾ ਤੇ ਜ਼ਿਕਰ ਆਇਆ, ਉੱਥੇ ਕਹਿੰਦੇ ਕਿ ਇੱਕ ਪਤੀ ਪਤਨੀ ਸੀ, ਹਨਨੀਆ ਸਫੀਰਾ ਨਾਮ ਦੇ। ਉਹਨਾਂ ਨੇ ਜਗ੍ਹਾ ਵੇਚੀ। ਜਗ੍ਹਾ ਵੇਚ ਕੇ ਪਹਿਲਾਂ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਚਰਚ ਨੂੰ ਪੈਸਾ ਦੇਵਾਂਗੇ। ਫਿਰ ਕੀ ਹੋਇਆ, ਜਦ ਜਗ੍ਹਾ ਵਧੀਆ ਕੀਮਤ ਤੇ ਵਿਕ ਗਈ ਨਾ, ਉਹਨਾਂ ਦੇ ਮਨ 'ਚ ਲਾਲਚ ਆ ਗਿਆ। ਤਾਂ ਮਨ ਵਿੱਚ ਲਾਲਚ ਆਇਆ ਤਾਂ ਘਰੇ ਸਲਾਹ ਕੀਤੀ ਕਿ ਏਦਾਂ ਕਰਦੇ ਆ, ਪਾਦਰੀ ਸਾਹਿਬ ਨੂੰ ਨਾ ਅੱਧੇ ਪੈਸੇ ਦੇ ਦਿੰਦੇ, ਅੱਧੇ ਰੱਖ ਲੈਂਦੇ। ਪਾਦਰੀ ਸਾਹਿਬ ਨੂੰ ਕੀ ਪਤਾ ਕਿੰਨੇ ਦੀ ਵਿਕੀ। ਤਾਂ ਜਦ ਉਹ ਪਾਸਟਰ ਸਾਹਿਬ ਕੋਲ ਗਏ, ਜਾ ਕੇ ਉਹਨਾਂ ਨੂੰ ਕਿਹਾ ਕਿ ਜੀ ਆਲੋ ਜੀ ਜਗ੍ਹਾ ਵਿਕੀ, ਉਹਦੇ ਦਾਮ। ਉਹ ਕਹਿੰਦਾ ਜਗ੍ਹਾ ਇੰਨੀ ਦੀ ਵਿਕੀ। ਤਾਂ ਪਤੀ ਪਹਿਲੋਂ ਗਿਆ ਸੀ। ਪਤੀ ਕਹਿੰਦਾ ਹਾਂ। ਉਹ ਕਹਿੰਦੇ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲ। ਉੱਥੇ ਹੀ ਮਰ ਗਿਆ। ਉਹਦੇ ਤੋਂ ਬਾਅਦ ਜਦੋਂ ਘਰ ਨਹੀਂ ਆਇਆ, ਪਤਨੀ ਪੁੱਛਦੀ ਆਈ ਮੇਰਾ ਪਤੀ ਤਾਂ ਨਹੀਂ ਦੇਖਿਆ। ਤਾਂ ਕਹਿੰਦੇ ਪਹਿਲੋਂ ਆਹ ਦੱਸ ਪਾਸਟਰ, ਕਹਿੰਦੇ ਜਗ੍ਹਾ ਇੰਨੀ ਦੀ ਵਿਕੀ। ਤਾਂ ਪਤਨੀ ਕਹਿੰਦੀ ਹਾਂ। ਤਾਂ ਪਾਸਟਰ ਨੇ ਉੱਥੇ ਗੱਲ ਕਹੀ, ਕਹਿੰਦਾ ਤੁਸੀਂ ਬੁਰੀ ਚੀਜ਼ ਦੇ ਵਿੱਚ ਏਕਾ
ਕਿਉਂ ਕੀਤਾ? ਤੁਸੀਂ ਬੁਰਾਈ ਦੇ ਵਿੱਚ ਏਕਤਾ ਕਿਉਂ ਕਰ ਲਈ? ਤੁਸੀਂ ਬੁਰਾਈ ਦੇ ਵਿੱਚ ਸਹਿਮਤ ਕਿਉਂ ਹੋਏ? ਸੋ ਜਿੱਥੇ ਪਤਨੀ ਗਲਤ ਹੈ ਉੱਥੇ ਪਤੀ ਦਾ ਬਣਦਾ ਹੈ ਉਹਨੂੰ ਕਹਿਣਾ ਕਿ ਦੇਖ ਏਦਾਂ ਨਹੀਂ, ਆ ਚੀਜ਼ ਤੇਰੀ ਗਲਤ ਹੈ। ਔਰ ਜਿੱਥੇ ਪਤੀ ਗਲਤ ਹੈ ਉੱਥੇ ਪਤਨੀ ਦਾ ਬਣਦਾ ਹੈ ਉਹਨੂੰ ਕਰੈਕਟ ਕਰਨਾ। ਜੋ ਪਿਆਰ ਹੈ ਉਹ ਬੁਰਾਈ ਦੇ ਵਿੱਚ ਸਾਥ ਨਹੀਂ ਦਿੰਦਾ, ਉਹ ਬੁਰਾਈ ਤੋਂ ਖੁਸ਼ ਨਹੀਂ ਹੁੰਦਾ। ਜੇ ਕਿਸੇ ਦੇ ਨਾਲ ਬੁਰਾ ਹੋ ਗਿਆ ਜਾਂ ਉਹ ਡੁੱਬ ਗਿਆ, ਉਹਦੀ ਨੌਕਰੀ ਚਲੇ ਗਈ, ਉਹ ਡਿੱਗ ਪਿਆ, ਕਈ ਵਾਰੀ ਦੇਖਿਆ ਅਸੀਂ ਤੁਰੇ ਜਾਂਦੇ ਬੰਦੇ ਡਿੱਗ ਪੈਂਦੇ, ਅਸੀਂ ਹੱਸਣ ਲੱਗ ਪੈਂਦੇ, ਪਰ ਉਹਦੇ ਨਾਲ ਤਾਂ ਬੁਰਾ ਹੋਇਆ ਨਾ, ਤਾਂ ਅਸੀਂ ਹੱਸਦੇ ਪਏ। ਪਰ ਜੋ ਪਿਆਰ ਹੈ ਪਰਮੇਸ਼ਰ ਦਾ, ਉਹ ਬੁਰਾਈ ਤੋਂ ਖੁਸ਼ ਨਹੀਂ ਹੁੰਦਾ। ਹਾਂਜੀ ਅੱਗੇ, ਸਗੋਂ ਸੱਚਾਈ ਤੋਂ ਪ੍ਰਸੰਨ ਹੁੰਦਾ ਹੈ। ਹਾਂ, ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ, ਸਭ ਗੱਲਾਂ ਸਹਿ ਲੈਂਦਾ ਹੈ, ਸਭ ਗੱਲਾਂ ਦਾ ਵਿਸ਼ਵਾਸ ਕਰਦਾ, ਹਾਂ, ਸਭ ਗੱਲਾਂ ਤੇ ਆਸ ਰੱਖਦਾ ਅਤੇ ਸਭ ਗੱਲਾਂ ਝੱਲ ਲੈਂਦਾ ਹੈ। ਹਾਂ, ਹਾਲੇਲੂਇਆ। ਇਹ ਪਿਆਰ ਦੀ ਇੱਕ ਕੀ ਹੈ ਡੈਫੀਨੇਸ਼ਨ ਦਿੱਤੀ ਹੈ ਕਿ ਪਰਮੇਸ਼ਰ ਦਾ ਪਿਆਰ ਇਸ ਤਰ੍ਹਾਂ ਦਾ ਹੈ। ਔਰ ਪੌਲੁਸ ਆਮ ਪਿਆਰ ਦੀ ਨਹੀਂ ਗੱਲ ਕਰ ਰਿਹਾ, ਇਸ ਪਿਆਰ ਦੀ ਗੱਲ ਕਰ ਰਿਹਾ ਹੈ। ਜੇ ਪਿਆਰ ਦੇ ਇਹ ਵਾਲੇ ਗੁਣ ਸਾਡੇ ਵਿੱਚ ਨਹੀਂ ਹਨ ਤਾਂ ਅਸੀਂ ਟੱਲੀ ਦੀ ਤਰ੍ਹਾਂ ਹਾਂ, ਅਸੀਂ ਛੈਣਿਆਂ ਦੀ ਤਰ੍ਹਾਂ। ਹਾਲੇਲੂਇਆ, ਜਿਹਦਾ ਕੋਈ ਫਾਇਦਾ ਹੀ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਬਹੁਤ ਜ਼ਰੂਰੀ ਹੈ। ਅਸੀਂ ਕੀ ਦੇਖਿਆ? ਪਿਆਰ। ਔਰ ਮਤੀ ਦੀ ਅੰਜੀਲ ਖੋਲਾਂਗੇ 5:1। ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ ਗਏ। ਹਾਂਜੀ, ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆ ਗਏ। ਫਿਰ ਯਿਸੂ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣ ਲੱਗੇ। ਸਿੱਖਿਆ ਦੇਣ ਲੱਗੇ। ਹੁਣ ਸਿੱਖਿਆ ਲੈਂਦੇ ਪਏ ਅਸੀਂ। ਹਾਂਜੀ, ਧੰਨ ਉਹ ਲੋਕ ਹਨ ਜਿਹੜੇ ਆਪਣੀ ਆਤਮਿਕ ਲੋੜ ਨੂੰ ਜਾਣਦੇ ਹਨ, ਹਾਂ, ਉਹ स्वर्ग ਦੇ ਰਾਜ ਦੇ ਭਾਗੀ ਹੋਣਗੇ। ਹਾਲੇਲੂਇਆ, ਹਾਲੇਲੂਇਆ। ਰੁਕੀਏ ਇੱਥੇ ਲਿਖਿਆ ਕਹਿੰਦਾ ਧੰਨ ਉਹ ਲੋਕ ਹਨ ਜੋ ਆਪਣੀ ਆਤਮਿਕ ਲੋੜਾਂ ਨੂੰ ਜਾਣਦੇ ਹਨ। ਹਿੰਦੀ ਦੇ ਵਿੱਚ ਕੀ ਲਿਖਿਆ? ਕਹਿੰਦਾ ਧन्य है वह जो मन का दीन है क्योंकि स्वर्ग का राज्य उन्हीं का होगा। हालेलुया, ਹਾਲੇਲੂਇਆ। ਮਨ ਦੇ ਵਿੱਚ ਦੀਨ ਹੋਣਾ ਮਤਲਬ ਕੀ ਹੈ? ਹਲੀਮ ਹੋਣਾ। ਬੀ ਹੰਬਲ। ਜਿਹੜਾ ਹਲੀਮ ਹੁੰਦਾ ਹੈ, ਉਹ ਹਲੀਮ ਵਿਅਕਤੀ, ਉਹਦੇ ਅੰਦਰ ਪਿਆਰ ਹੁੰਦਾ ਹੈ ਔਰ ਉਹ ਬਹੁਤ ਚੀਜ਼ਾਂ ਨੂੰ ਜਾਂ ਸਭ ਚੀਜ਼ਾਂ ਨੂੰ ਕੀ ਕਰਦਾ ਹੈ? ਜਰ ਲੈਂਦਾ ਹੈ। ਹਾਲੇਲੂਇਆ। ਔਰ ਬਾਈਬਲ ਕਹਿੰਦਾ ਹੈ ਕਿ ਜੋ ਇਸ ਤਰ੍ਹਾਂ ਦਾ ਹੁੰਦਾ ਹੈ ਨਾ, ਉਹ ਕੀ ਹੈ? ਸਵਰਗ ਰਾਜ ਨੂੰ ਦੇਖੇਗਾ, ਉਹ ਸਵਰਗ ਰਾਜ ਦਾ ਵਾਰਿਸ ਹੋਵੇਗਾ। ਇਹਦੀ 21 ਤੋਂ ਪੜ੍ਹੀਏ ਹੁਣ। 5:21 ਤੋਂ। ਤੁਸੀਂ ਸੁਣਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ। ਹਾਂਜੀ, ਹੁਣ ਪੁਰਾਣੇ ਨਿਯਮ ਦੇ ਵਿੱਚ ਸਾਡੇ ਪੁਰਖ ਜਿਹੜੇ ਸੀ ਉਹਨਾਂ ਨੂੰ ਕੀ ਸਿੱਖਿਆ ਸੀ? ਔਰ ਜੇ ਅਸੀਂ ਦੇਖੀਏ ਹੁਣ ਵੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਮਸੀਹਤ ਨੂੰ ਨਹੀਂ ਦੇਖਿਆ, ਉਹਨਾਂ ਦੀ ਸਿੱਖਿਆ ਇਹੀ ਚੱਲਦੀ ਪਈ ਹੈ। ਹਾਂਜੀ, ਕੀ ਸੀ? ਕਤਲ ਨਾ ਕਰਨਾ। ਹਾਂ, ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਹਾਂ, ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਤੇ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਹਾਂਜੀ, ਰੁਕ ਜਾਈਏ। ਹਾਲੇਲੂਇਆ। ਹਾਲੇਲੂਇਆ। ਸੋ ਪਹਿਲੇ ਜ਼ਮਾਨੇ ਦੇ ਵਿੱਚ ਇਹ ਸਿੱਖਿਆ ਜ਼ਰੂਰ ਸੀਗੀ ਕਿ ਕਤਲ ਕਰੋਗੇ ਤਾਂ ਤੁਸੀਂ ਦੋਸ਼ੀ ਠਹਿਰੋਗੇ। ਹਾਲੇਲੂਇਆ। ਪਰ ਪ੍ਰਭੂ ਯਿਸੂ ਮਸੀਹਾ ਕਹਿੰਦੇ ਪਏ ਹਨ ਕਿ ਜਦ ਮੈਂ ਨਿਆਂ ਕਰਨ ਆਵਾਂਗਾ ਤਾਂ ਮੈਂ ਸਿਰਫ ਕਤਲ ਵਾਲਿਆਂ ਦਾ ਨਹੀਂ, ਕਰੋਧੀਆਂ ਦਾ ਵੀ ਨਿਆਂ ਕਰਾਂ। ਹਾਲੇਲੂਇਆ, ਹਾਲੇਲੂਇਆ। ਕਹਿੰਦੇ ਤੂੰ ਆਪਣੇ ਭਰਾ ਦੇ ਉੱਤੇ ਕਰੋਧ ਨਾ ਕਰੀ। ਜੇ ਤੂੰ ਕਰੋਧ ਕਰਦਾ ਹੈ, ਗੁੱਸਾ ਕਰਦਾ ਹੈ, ਤਾਂ ਤੂੰ ਅਦਾਲਤ ਵਿੱਚ ਦੋਸ਼ੀ ਠਹਿਰੇਗਾ। ਕਿਹੜੀ ਅਦਾਲਤ ਵਿੱਚ? ਆਹ ਵਾਲੀ ਅਦਾਲਤ ਵਿੱਚ ਦੋਸ਼ੀ ਠਹਿਰੋਗੇ। ਜੇ ਤੁਸੀਂ ਆਹ ਵਾਲੀ ਅਦਾਲਤ ਵਿੱਚ ਜਾ ਕੇ ਕਹੋ ਕਿ ਰੋਬਿਨ ਨੇ ਲਵ ਦੇ ਉੱਤੇ ਕਰੋਧ ਕੀਤਾ, ਉਹਨੂੰ ਉਹ ਗੁੱਸੇ ਹੋ ਗਿਆ, ਤਾਂ ਉਹ ਮੈਨੂੰ ਦੋਸ਼ੀ ਠਹਿਰਾਉਗੀ? ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹਾ ਕਿਹੜੀ ਅਦਾਲਤ ਦੀ ਗੱਲ ਕਰਦੇ ਹਨ? ਉਹ ਅਦਾਲਤ ਜੋ ਇੱਕ ਦਿਨ ਲੱਗਣੀ ਹੈ, ਜੋ ਹਰ ਧਰਮ ਗ੍ਰੰਥ ਕਹਿੰਦਾ ਹੈ ਕਿ ਇੱਕ ਦਿਨ ਲੇਖਾ ਹੋਣਾ ਹੈ। ਹਾਲੇਲੂਇਆ, ਹਾਲੇਲੂਇਆ। ਹਾਂਜੀ, ਉਹ ਦੋਸ਼ੀ ਠਹਿਰੇਗਾ ਅੱਗੇ। ਅਤੇ ਜੋ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਹਾਂਜੀ, ਇਸੇ ਤਰ੍ਹਾਂ ਜੋ ਕੋਈ ਆਪਣੇ ਭਰਾ ਨੂੰ ਕਹੇ ਹੇ ਮੂਰਖਾ, ਉਹ ਨਰਕ ਕੁੰਡ ਦੇ ਯੋਗ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਦੇਖੀਏ ਪ੍ਰਭੂ ਯਿਸੂ ਮਸੀਹਾ ਦੀ ਅਦਾਲਤ ਕਿੰਨੀ ਸਖਤ ਹੈ। ਕਹਿੰਦਾ ਜੋ ਆਪਣੇ ਭਰਾ ਨੂੰ ਕੀ ਕਹਿੰਦਾ? ਹੇ ਮੂਰਖ। ਇੰਗਲਿਸ਼ ਵਿੱਚ ਕਹਿੰਦੇ ਫੂਲ, ਬੜਾ ਆਮ ਜਿਹਾ ਸ਼ਬਦ ਆ, ਅਸੀਂ ਘਰਾਂ 'ਚ ਵਰਤਦੇ ਆਉਂਦੇ।
ਆਪਣੇ ਭੈਣ ਭਰਾਵਾਂ ਨੂੰ ਉਹਦੇ ਕਹਿੰਦੇ ਰਹੇ ਆ ਤਾਂ ਮੂਰਖ ਆ ਬੇਵਕੂਫ ਆ। ਉਹ ਬੇਵਕੂਫਾ ਇੱਥੇ ਆ ਬੜਾ ਆਮ ਸ਼ਬਦ, ਪਰ ਮੇਰਾ ਪ੍ਰਭੂ ਯਿਸੂ ਕਹਿੰਦਾ ਜਿਹੜਾ ਇਹ ਮੂਰਖ ਕਹਿੰਦਾ ਹੈ ਉਹ ਨਰਕ ਦੀ ਅੱਗ ਦੇ ਯੋਗ ਹੈ। ਇਸੇ ਕਰਕੇ ਬਾਈਬਲ ਕਹਿੰਦਾ ਹੈ ਕਿ ਦੋ ਰਸਤੇ ਹਨ, ਇੱਕ ਖੁੱਲਾ ਇੱਕ ਤੰਗ ਰਸਤਾ ਹੈ। ਔਰ ਕਹਿੰਦੇ ਤੰਗ ਰਸਤਾ ਜ਼ਿੰਦਗੀ ਦੇ ਵੱਲ ਲੈ ਕੇ ਜਾਂਦਾ ਹੈ, ਖੁੱਲਾ ਜਿਹੜਾ ਹੈ ਮੌਤ ਵੱਲ ਲੈ ਕੇ ਜਾਂਦਾ ਹੈ। ਕ੍ਰਿਸਚੈਨਿਟੀ ਜਿਹੜਾ ਹੈ ਉਹ ਤੰਗ ਰਸਤਾ ਹੈ। ਇੰਨੀ ਸਖਤ ਸਿੱਖਿਆ ਤੁਸੀਂ ਕਿਸੇ ਨੂੰ ਦੇ ਕੇ ਦੇਖੋ, ਕਹੋਗੇ ਭਰਾਵਾ ਆ ਚੱਕੋ ਬਾਈਬਲ, ਆ ਚੱਕੋ ਕ੍ਰਿਸਚੈਨਿਟੀ, ਅਸੀਂ ਨਹੀਂ ਚੱਲ ਸਕਦੇ। ਹਾਲੇਲੂਇਆ ਹਾਲੇਲੂਇਆ। ਪਰ ਤੁਸੀਂ ਚੱਲੋ ਨਾ ਚੱਲੋ, ਤੁਸੀਂ ਭਾਵੇਂ ਬਾਈਬਲ ਮੋੜ ਦੇਵੋ, ਪਰ ਇੱਕ ਚੀਜ਼ ਨਹੀਂ ਮੁੜਨੀ, ਉਹ ਕੀ ਹੈ? ਨਿਆਂ ਦਾ ਦਿਨ ਉਹ ਹੋਣਾ ਹੈ। ਔਰ ਨਿਆਂ ਦਾ ਦਿਨ ਪ੍ਰਭੂ ਯਿਸੂ ਕਹਿੰਦੇ ਜੋ ਮੈਂ ਵਚਨ ਕਹੇ ਹਨ ਉਹਨਾਂ ਦੇ ਅਨੁਸਾਰ ਹੋਣਾ ਹੈ, ਅਰਥਾਤ ਬਾਈਬਲ ਦੇ ਅਨੁਸਾਰ ਹੋਣਾ ਹੈ। ਔਰ ਬਾਈਬਲ ਕਹਿ ਰਿਹਾ ਹੈ ਜੋ ਆਪਣੇ ਭਰਾ ਨੂੰ ਇਹ ਮੂਰਖ ਕਹਿੰਦਾ ਹੈ ਉਹ ਨਰਕ ਦੀ ਅੱਗ ਦੇ ਯੋਗ ਹੈ। ਹਾਲੇਲੂਇਆ ਹਾਲੇਲੂਇਆ। ਬਹੁਤ ਖਤਰਨਾਕ ਹੈ। ਕ੍ਰਿਸਚੈਨਿਟੀ ਤੇ ਜੇ ਚੱਲਣਾ ਹੈ ਤਾਂ ਤੁਹਾਨੂੰ ਇਹ ਰੂਲ ਫੋਲੋ ਕਰਨੇ ਪੈਣਗੇ। ਹਾਲੇਲੂਇਆ। ਅਗਲੇ ਪੇਜ ਤੇ ਚੱਲੀਏ, 38 ਆਇਤ ਤੇ ਆ ਜਾਈਏ। 38 ਤੁਸੀਂ ਇਹ ਸੁਣ ਚੁੱਕੇ ਹੋ ਕਿ ਪਿਛਲੇ ਸਮੇਂ ਵਿੱਚ ਇਹ ਵੀ ਕਿਹਾ ਗਿਆ ਸੀ, ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ। ਹਾਂ, ਅਸੀਂ ਆ ਸੁਣਿਆ ਹੈ ਪੁਰਾਣੇ ਸਮੇਂ 'ਚ, ਔਰ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀ ਉਹਨਾਂ ਦਾ ਵੀ ਆਹੀ ਹਿਸਾਬ ਸੀ। ਜੇ ਕੋਈ ਅੱਖ ਕੱਢਦਾ ਹੈ ਤਾਂ ਅੱਖ ਕੱਢ ਦਿਓ ਉਹਦੀ, ਜੇ ਕੋਈ ਦੰਦ ਤੋੜਦਾ ਹੈ ਉਹਦਾ ਦੰਦ ਤੋੜੋ। ਨਿਆਣਿਆਂ ਨੂੰ ਵੀ ਸਿਖਾਈ ਦੇਣਾ, ਉਹ ਕੁੱਟ ਖਾ ਕੇ ਆ ਜਾਂਦਾ, ਤੂੰ ਕੁੱਟ ਕੇ ਆਇਆ ਕਰ। ਆਹੀ ਚੀਜ਼ਾਂ ਸਿਖਾਉਂਦੇ ਆ। ਹਾਲੇਲੂਇਆ। ਔਰ ਸਾਡੇ ਅੰਦਰ ਵੀ ਆਹੀ ਹੁੰਦਾ ਹੈ, ਉਹਨੇ ਮੇਰੇ ਨਾਲ ਆ ਕੀਤਾ, ਹੁਣ ਮੈਂ ਵੀ ਉਹਦੇ ਨਾਲ ਆ ਕਰਾਂਗਾ। ਪ੍ਰਤੀਸ਼ੋਧ। ਹਾਲੇਲੂਇਆ। ਰਿਵੈਂਜ। ਪਰ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਹਨ ਜੀ ਅੱਗੇ? ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਤੁਹਾਡੇ ਨਾਲ ਬੁਰਾ ਵਰਤਾਅ ਕਰਦਾ ਹੈ ਉਸ ਤੋਂ ਬਦਲਾ ਨਾ ਲਵੋ। ਜੇਕਰ ਕੋਈ ਤੇਰੀ ਸੱਜੀ ਗੱਲ ਤੇ ਚਪੇੜ ਮਾਰੇ ਤਾਂ ਦੂਜੀ ਵੀ ਉਹਦੀ ਵੱਲ ਕਰ ਦੇ। ਹਾਲੇਲੂਇਆ। ਇਸ ਤਰ੍ਹਾਂ ਜੇਕਰ ਕੋਈ ਤੇਰੇ ਤੇ ਮੁਕੱਦਮਾ ਕਰੇ, ਤੇਰੇ ਤੋਂ ਤੇਰਾ ਕੁੜਤਾ ਲੈਣਾ ਚਾਹੇ ਤਾਂ ਤੂੰ ਆਪਣੀ ਚਾਦਰ ਵੀ ਲੈਣ ਦੇ। ਫਿਰ ਜੇਕਰ ਕੋਈ 1 ਮੀਲ ਤੱਕ ਤੇਰੀ ਵਗਾਰ ਦੇ ਤੌਰ ਤੇ ਲੈ ਜਾਏ ਤਾਂ ਤੂੰ ਉਸ ਨਾਲ 2 ਮੀਲ ਤੱਕ ਜਾ। ਜੇਕਰ ਕੋਈ ਤੇਰੇ ਤੋਂ ਕੁਝ ਮੰਗੇ ਤਾਂ ਉਹਨੂੰ ਦੇ, ਅਤੇ ਜੇ ਤੇਰੇ ਤੋਂ ਉਧਾਰ ਚਾਹੇ ਤਾਂ ਉਸ ਨੂੰ ਇਨਕਾਰ ਨਾ ਕਰ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਦੇਖੋ। ਹਾਲੇਲੂਇਆ। ਹਾਲੇਲੂਇਆ। ਕਹਿੰਦੇ ਕਿ ਜੇ ਕੋਈ ਤੇਰੇ ਨਾਲ ਬੁਰਾ ਵਰਤਾਓ ਕਰਦਾ ਹੈ ਉਹਦੇ ਨਾਲ ਬੁਰਾ ਵਰਤਾਓ ਨਾ ਕਰ। ਹੁਣ ਅਸੀਂ ਬਹੁਤ ਲੋਕਾਂ ਦਾ ਸਵਾਲ ਹੁੰਦਾ ਹੈ ਕੀ ਫਰਕ ਹੈ ਕ੍ਰਿਸਚੈਨਿਟੀ ਵਿੱਚ ਔਰ ਦੂਸਰੀ ਸਿੱਖਿਆਵਾਂ ਦੇ ਵਿੱਚ? ਆਹ ਫਰਕ ਹੈ। ਹਾਲੇਲੂਇਆ। ਹਾਲੇਲੂਇਆ। ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਪਰ ਅਸੀਂ ਸਭ ਜਾਣਦੇ ਹਾਂ। ਕਈ ਕਹਿੰਦੇ ਹਨ ਕਿ ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣ ਵਾਲਾ ਜ਼ਿਆਦਾ ਵੱਡਾ ਗੁਨੇਗਾਰ ਹੈ। ਜੇ ਕੋਈ ਤੁਹਾਡੇ ਤੇ ਜ਼ੁਲਮ ਕਰਦਾ ਹੈ ਤਾਂ ਉਹਨੂੰ ਮਾਰ ਦਿਓ। ਹਾਲੇਲੂਇਆ। ਹਾਲੇਲੂਇਆ। ਇੱਕ ਸਿੱਖਿਆ ਇਸ ਤਰ੍ਹਾਂ ਦੀ ਹੈ ਕਿ ਯੁੱਧ ਦੇ ਵਿੱਚ ਕੋਈ ਭੈਣ ਭਰਾ ਨਹੀਂ, ਜਾ ਮਾਰ। ਹਾਲੇਲੂਇਆ। ਹਾਲੇਲੂਇਆ। ਪਰ ਇਹ ਸਿੱਖਿਆ ਕਿੱਦਾਂ ਦੀ ਹੈ ਜੋ ਪ੍ਰਭੂ ਯਿਸੂ ਮਸੀਹ ਸਾਨੂੰ ਦੇ ਰਹੇ ਹਨ ਕਿ ਜੇ ਤੇਰੀ ਕੋਈ ਸੱਜੀ ਗੱਲ ਤੇ ਮਾਰਦਾ ਹੈ ਤਾਂ ਖੱਬੀ ਉਹਦੇ ਅੱਗੇ ਕਰ। ਹਾਲੇਲੂਇਆ। ਹਾਲੇਲੂਇਆ। ਬਹੁਤ ਮੁਸ਼ਕਿਲ ਹੈ, ਪਰ ਜਦ ਪ੍ਰਭੂ ਯਿਸੂ ਮਸੀਹ ਦਾ ਆਤਮਾ ਆ ਜਾਂਦਾ ਹੈ ਤਾਂ ਸਾਨੂੰ ਦਲੇਰੀ ਦਿੰਦਾ ਹੈ ਕਿ ਅਸੀਂ ਆ ਵੀ ਕਰ ਜਾਈਏ। ਹਾਲੇਲੂਇਆ। ਹਾਲੇਲੂਇਆ। ਜੇ ਅਸੀਂ ਬਾਈਬਲ ਦੇ ਵਿੱਚ ਦੇਖੀਏ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਕਰਕੇ ਦਿਖਾਇਆ। ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਕਹਿੰਦੇ ਜੇ ਮੈਂ ਆਪਣੇ ਬਾਪ ਨੂੰ ਕਵਾਂ ਤਾਂ ਉਹ ਸਵਰਗ ਦੂਤਾਂ ਦੀਆਂ ਫੌਜਾਂ ਭੇਜ ਦੇਊਗਾ, ਹੱਥ ਨਹੀਂ ਲਾ ਸਕਦੇ ਮੈਨੂੰ, ਪਰ ਮੈਂ ਇਸੇ ਚੀਜ਼ ਦੇ ਲਈ ਬਣਿਆ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਕਹਿੰਦੇ ਜੇ ਇਹ ਰਾਜ ਮੇਰਾ ਹੁੰਦਾ ਤਾਂ ਮੇਰੇ ਜੋ ਸੈਨਿਕ ਸੀ ਉਹ ਇੱਥੇ ਲੜਦੇ, ਪਰ ਮੇਰਾ ਰਾਜ ਆ ਨਹੀਂ, ਸਵਰਗ ਹੈ। ਔਰ ਤੁਹਾਨੂੰ ਪਤਾ ਇੱਕ ਸਵਰਗਦੂਤ ਲੱਖਾਂ ਨੂੰ ਮਾਰ ਸਕਦਾ ਹੈ, ਪਰ ਮੇਰੇ ਪ੍ਰਭੂ ਯਿਸੂ ਮਸੀਹ ਨੇ ਮਾਰਿਆ ਨਹੀਂ, ਉਹਨੇ ਮਾਰ ਖਾ। ਹਾਲੇਲੂਇਆ। ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਬਹੁਤ ਹੀ ਜ਼ਿਆਦਾ ਸਖਤ ਹੈ ਔਰ ਅਲੱਗ ਹੈ। ਹਾਲੇਲੂਇਆ। ਹਾਲੇਲੂਇਆ। ਔਰ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਜੋ ਮੈਨੂੰ ਪਿਆਰ ਕਰਦਾ ਹੈ ਉਹ ਮੇਰੀ ਗੱਲਾਂ ਨੂੰ ਮੰਨਦਾ ਹੈ। ਹਾਲੇਲੂਇਆ। ਹਾਲੇਲੂਇਆ। ਜੇ ਤੁਸੀਂ ਕਹਿੰਦੇ ਹੋ ਕਿ ਯਿਸੂ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੈਨੂੰ ਪਿਆਰ ਕਰਦੀ ਹਾਂ, ਤਾਂ ਤੁਸੀਂ ਉਹਦੇ ਵਚਨਾਂ ਨੂੰ ਮੰਨੋਗੇ। ਔਰ ਇਹ ਉਹਦੀ ਸਟਾਰਟਿੰਗ ਦੀ ਸਿੱਖਿਆ ਹੈ। ਐਂਡ ਵਾਲੀ ਨਹੀਂ, ਮਿਡਲ ਵਾਲੀ ਨਹੀਂ, ਸਟਾਰਟਿੰਗ। 5ਵਾਂ ਅਧਿਆਇ 1 2 3 4 ਪਹਿਲੇ ਚੈਪਟਰਾਂ ਦੇ ਵਿੱਚ ਕੀ ਹੈ
ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ ਹਨ, ਜਿੱਥੇ ਸਿੱਖਿਆ ਸ਼ੁਰੂ ਹੋਈ, ਪਹਿਲੀ ਸਿੱਖਿਆ। ਹਾਲੇਲੂਇਆ। ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਕਹਿੰਦੇ ਜੇ ਤੂੰ ਕਹਿੰਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਫਿਰ ਮੇਰੇ ਵਚਨਾਂ ਨੂੰ ਮੰਨ। ਉਹਦੇ ਵਚਨਾਂ ਦਾ ਅੱਜ ਕੁਝ ਹਿੱਸਾ ਸਾਡੇ ਸਾਹਮਣੇ ਰੱਖਿਆ ਹੈ। ਜੇ ਅਸੀਂ ਕਹਿੰਦੇ ਹਾਂ, ਕਿਉਂਕਿ ਪ੍ਰਭੂ ਯਿਸੂ ਮਸੀਹ ਕਹਿੰਦੇ ਜੋ ਕੁਝ ਮੈਂ ਆਪਣੇ ਬਾਪ ਨੂੰ ਕਰਦੇ ਵੇਖਦਾ ਨਾ ਉਹੀ ਮੈਂ ਕਰਦਾ। ਹਾਲੇਲੂਇਆ। ਹਾਲੇਲੂਇਆ। ਉਹ ਕਹਿੰਦੇ ਮੇਰਾ ਬਾਪ ਜੋ ਹੈ ਉਹ ਪਾਪੀਆਂ ਤੇ ਵੀ ਸੂਰਜ ਚਾੜਦਾ ਹੈ ਔਰ ਧਰਮੀਆਂ ਤੇ ਵੀ ਸੂਰਜ ਚਾੜਦਾ ਹੈ। ਹਾਲੇਲੂਇਆ। ਹਾਲੇਲੂਇਆ। ਇਸ ਤਰ੍ਹਾਂ ਨਹੀਂ ਹੁੰਦਾ ਕਿ ਧਰਮੀਆਂ ਦੇ ਖੇਤਾਂ ਦੇ ਵਿੱਚ ਮੀਂਹ ਪੈ ਗਿਆ ਔਰ ਪਾਪੀਆਂ ਦੇ ਪਿਆ ਨਹੀਂ। ਉਹ ਉਹਨਾਂ ਦੇ ਵੀ ਮੀਂਹ ਪਾਉਂਦਾ ਹੈ। ਪਰ ਕਿਉਂ? ਕਿਉਂਕਿ ਉਹ ਉਹਨਾਂ ਨੂੰ ਮੌਕਾ ਦਿੰਦਾ ਹੈ ਕਿ ਉਹ ਲੋਕ ਤੌਬਾ ਕਰਨ ਔਰ ਆਪਣੇ ਪਾਪਾਂ ਨੂੰ ਛੱਡ ਕੇ ਪਰਮੇਸ਼ਰ ਦਾ ਪ੍ਰੇਮ ਦੇਖ ਕੇ ਆਪਣੇ ਪਾਪਾਂ ਨੂੰ ਛੱਡਣ ਔਰ ਪਰਮੇਸ਼ਰ ਦੇ ਕਰੀਬ ਆਉਣ। ਪਰਮੇਸ਼ਰ ਇਸ ਕਰਕੇ ਦਇਆ ਕਰਦਾ ਹੈ ਔਰ ਪ੍ਰਭੂ ਯਿਸੂ ਮਸੀਹਾ ਵੀ ਇਸ ਕਰਕੇ ਦਇਆ ਕਰਦੇ ਰਹੇ, ਚਮਤਕਾਰ ਕਰਦੇ ਰਹੇ, ਬਿਮਾਰਾਂ ਨੂੰ ਚੰਗੇ ਕਰਦੇ ਰਹੇ। ਤੁਹਾਨੂੰ ਪਤਾ ਚਮਤਕਾਰ ਦੇ ਪਿੱਛੇ ਪ੍ਰਭੂ ਯਿਸੂ ਮਸੀਹਾ ਦਾ ਮੇਨ ਮਕਸਦ ਕੀ ਸੀ? ਨਹੀਂ ਕਿ ਆਪਣੀ ਮਹਿਮਾ ਕਰਾਉਣੀ। ਉੱਥੇ ਲਿਖਿਆ ਕਹਿੰਦੇ ਜੇ ਆਹੀ ਚਮਤਕਾਰ ਮੈਂ ਸਦੋਮ ਅਮੋਰਾ ਚ ਕੀਤੇ ਹੁੰਦੇ ਤਾਂ ਉਹ ਲੋਕਾਂ ਨੇ ਟਾਟ ਪਾ ਕੇ ਤੌਬਾ ਕਰ ਲੈਣੀ ਸੀ ਪਾਪਾਂ ਤੋਂ। ਪ੍ਰਭੂ ਯਿਸੂ ਮਸੀਹਾ ਚਾਹੁੰਦੇ ਸੀ ਕਿ ਅਸੀਂ ਉਹ ਚਮਤਕਾਰ ਦੇਖੀਏ, ਪਰਮੇਸ਼ਰ ਦੇ ਪ੍ਰੇਮ ਨੂੰ ਦੇਖੀਏ ਔਰ ਆਪਣੇ ਪਾਪਾਂ ਤੋਂ ਤੌਬਾ ਕਰੀਏ। ਹਾਲੇਲੂਇਆ। ਔਰ ਪ੍ਰਭੂ ਯਿਸੂ ਕਹਿੰਦੇ ਜੋ ਕੁਝ ਮੈਂ ਆਪਣੇ ਬਾਪ ਨੂੰ ਕਰਦੇ ਦੇਖਦਾ ਹਾਂ ਮੈਂ ਉਹੀ ਕਰਦਾ ਹਾਂ। ਔਰ ਸਾਡਾ ਬਾਪ ਅੱਜ ਕੌਣ ਹੈ? ਜੇ ਸਾਡਾ ਬਾਪ ਉਹ ਸਵਰਗੀਏ ਪਿਤਾ ਹੈ ਤਾਂ ਅਸੀਂ ਵੀ ਉਹੀ ਕਰੀਏ ਜੋ ਸਾਡੇ ਪ੍ਰਭੂ ਯਿਸੂ ਮਸੀਹਾ ਨੇ ਕੀਤਾ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹਾ ਕਹਿੰਦੇ ਕਿ ਪਿਤਾ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਪੁੱਤਰ ਨੇ ਪਿਤਾ ਦਾ ਸੁਭਾਅ ਦਿਖਾਇਆ ਕਿ ਕੀ ਹੈ। ਔਰ ਜੇ ਅਸੀਂ ਪਿਤਾ ਦੇ ਸੁਭਾਅ ਤੇ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਪਵੇਗਾ? ਪ੍ਰਭੂ ਯਿਸੂ ਮਸੀਹਾ ਦੇ ਸੁਭਾਅ ਤੇ ਚੱਲਣਾ ਪਵੇਗਾ। ਹਾਲੇਲੂਇਆ। ਹਾਲੇਲੂਇਆ। ਔਰ ਜੇ ਅਸੀਂ ਐਵੇਂ ਕਹਿੰਦੇ ਹਾਂ, ਤੁਹਾਨੂੰ ਪਤਾ ਕੁਝ ਲੋਕ ਐਵੇਂ ਕਹਿੰਦੇ ਕਿ ਉਹ ਸਾਡਾ ਬਾਪ ਹੈ। ਆਈਏ ਏਦਾਂ ਦੇ ਲੋਕ ਪੁਰਾਣੇ ਨਿਯਮ ਚ ਵੀ ਸੀ, ਉਹਨਾਂ ਦੇ ਬਾਰੇ ਦੇਖਾਂਗੇ। ਯਹੂਨਾ ਦੀ ਅੰਜੀਲ ਉਹਦਾ 8 ਅਧਿਆਇ। ਅਧਿਆਇ ਆਪਾਂ ਪੜਾਂਗੇ। $39 ਤੋਂ ਪੜ੍ਹ ਦੀजिए। 8 ਦੀ 39। ਉਹਨਾਂ ਨੇ ਚੇਲਿਆਂ ਨੂੰ ਕਿਹਾ, ਉਹਨਾਂ ਨੇ ਯਿਸੂ ਨੂੰ ਕਿਹਾ ਅਸੀਂ ਅਬਰਾਹਮ ਦੀ ਸੰਤਾਨ ਹਾਂ। ਤਾਂ ਇੱਥੇ ਕੀ ਸੀਗੇ? ਇੱਥੇ ਜਿਹੜੇ ਫਰੀਸੀ ਲੋਕ ਵਗੈਰਾ ਸੀਗੇ ਉਹ ਕਹਿੰਦੇ ਪਏ, ਯਿਸੂ ਨੂੰ ਕਹਿੰਦੇ ਪਏ ਅਸੀਂ ਅਬਰਾਹਮ ਦੀ ਸੰਤਾਨ ਹਾਂ। ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਕਿਹਾ ਜੇਕਰ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਮ ਵਰਗੇ ਕੰਮ ਕਰਦੇ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਜੇ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਕਿੱਦਾਂ ਦੇ ਕੰਮ ਕਰਨੇ ਸੀ? ਅਬਰਾਹਮ ਵਰਗੇ। ਅੱਜ ਸਾਨੂੰ ਵੀ ਕਹਿ ਰਿਹਾ ਹੈ, ਜਿੰਨੇ ਲੋਕ ਦੇਖ ਰਹੇ ਹਨ ਉਹਨਾਂ ਨੂੰ ਕਹਿ ਰਿਹਾ ਹੈ ਜੇ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਅਬਰਾਹਮ ਵਰਗੇ ਕੰਮ ਕਰਦੇ। ਤੁਸੀਂ ਤਾਂ ਮੈਨੂੰ ਇੱਕ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ ਜਿਸ ਨੇ ਤੁਹਾਨੂੰ ਪਰਮੇਸ਼ਰ ਕੋਲੋਂ ਸੁਣੇ ਹੋਏ ਸੱਤ ਬਾਰੇ ਦੱਸਿਆ ਹੈ। ਅਬਰਾਹਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। ਹਾਂਜੀ। ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ। ਹੁਣ ਦੇਖੋ ਕਹਿੰਦੇ ਅਬਰਾਹਮ ਨੇ ਇਸ ਤਰ੍ਹਾਂ ਨਹੀਂ ਕੀਤਾ, ਪਰ ਤੁਸੀਂ ਜਿਹੜਾ ਤੁਹਾਡਾ ਅਸਲੀ ਬਾਪ ਹੈ ਨਾ, ਜਿਹਦੇ ਤੁਸੀਂ ਕੰਮਾਂ ਨੂੰ ਕਰਦੇ ਹੋ, ਤੁਸੀਂ ਆਪਣੇ ਪਿਤਾ ਵਰਗੇ ਕੰਮ ਕਰਦੇ ਹੋ। ਸੁਣੀਏ ਪ੍ਰਭੂ ਯਿਸੂ ਮਸੀਹ ਇੱਥੇ ਕੀ ਕਹਿੰਦੇ। ਉਹਨਾਂ ਨੇ ਉੱਤਰ ਦਿੱਤਾ ਅਸੀਂ ਹਰਾਮ ਦੀ ਸੰਤਾਨ ਨਹੀਂ ਹਾਂ, ਸਾਡਾ ਇੱਕ ਹੀ ਪਿਤਾ ਅਰਥਾਤ ਪਰਮੇਸ਼ਰ ਹੈ। ਉਹ ਦੇਖੋ ਉਹ ਅੱਜ ਵੀ ਲੋਕੀ ਕਹਿੰਦੇ ਕਿ ਸਾਡਾ ਪਰਮੇਸ਼ਰ ਕੌਣ, ਸਾਡਾ ਪਿਤਾ ਕੌਣ ਹੈ? ਪਰਮੇਸ਼ਰ ਹੈ। ਹਾਂਜੀ। ਯਿਸੂ ਨੇ ਉਹਨਾਂ ਨੂੰ ਕਿਹਾ ਜੇਕਰ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ। ਪ੍ਰਭੂ ਯਿਸੂ ਕਹਿੰਦੇ ਜੇ ਕਿਤੇ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਕੀ ਕਰਦੇ? ਪਿਆਰ ਕਰਦੇ ਮੈਨੂੰ, ਕਿਉਂਕਿ ਮੈਂ ਪਰਮੇਸ਼ਰ ਕੋਲੋਂ ਇੱਥੇ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ ਬਲਕਿ ਉਹਨੇ ਮੈਨੂੰ ਘੱਲਿਆ ਹੈ। ਹਾਂਜੀ। ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੋ? ਕਿਉਂਕਿ ਤੁਸੀਂ ਮੇਰੇ ਵਚਨ ਨੂੰ ਸੁਣਨ ਦੇ ਯੋਗ ਵੀ ਨਹੀਂ ਹੋ। ਹਾਂਜੀ। ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਹੀ ਪੂਰੀਆਂ ਕਰਨਾ ਚਾਹੁੰਦੇ ਹੋ। ਰੁਕ ਜਾਈਏ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਕਹਿੰਦੇ ਤੁਸੀਂ ਆਪਣੇ ਬਾਪ ਸ਼ੈਤਾਨ ਤੋਂ ਹੋ ਔਰ ਤੁਸੀਂ ਆਪਣੇ ਬਾਪ ਦੀ ਹੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ। ਹਾਂਜੀ। ਹੁਣ ਥੋੜਾ ਜਿਹਾ ਅੱਗੇ। ਉਹ ਆਦਿ ਤੋਂ ਹੀ ਕਾਤਿਲ ਹੈ। ਉਹ ਸੱਤ ਉੱਤੇ ਖੜਾ ਨਹੀਂ ਕਿਉਂਕਿ ਸੱਤ ਉਸ ਵਿੱਚ ਨਹੀਂ ਹੈ। ਉਹ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਿਓ ਹੈ। ਰੁਕ ਜਾਈਏ। ਹਾਲੇਲੂਇਆ। ਹਾਲੇਲੂਇਆ। ਸੋ ਹੁਣ ਅਸੀਂ ਦੇਖਣਾ ਹੈ ਕਿ ਸਾਡਾ ਸੁਭਾਅ ਕਿਹਦੇ ਵਰਗਾ ਹੈ।
ਹਾਲੇਲੂਇਆ। ਹਾਲੇਲੂਇਆ। ਜੇ ਤਾਂ ਹਜੇ ਸਾਡਾ ਸੁਭਾਅ ਨਹੀਂ ਬਦਲਿਆ ਤਾਂ ਹਜੇ ਵੀ ਸਾਡਾ ਜਿਹੜਾ ਰਿਸ਼ਤਾ ਹੈ ਉਹ ਸ਼ੈਤਾਨ ਦੇ ਨਾਲ ਜੁੜਿਆ ਹੋਇਆ ਹੈ। ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਸ਼ੈਤਾਨ ਨਾਲ ਰਿਸ਼ਤਾ ਤੋੜ ਕੇ ਯਿਸੂ ਦੇ ਨਾਲ ਜੋੜੀਏ, ਕਿਉਂਕਿ ਪ੍ਰਭੂ ਯਿਸੂ ਕਹਿੰਦੇ ਕਿ ਮੈਂ ਚੰਗੀ ਦਾਖਲਤਾ ਹਾਂ ਅਤੇ ਤੁਸੀਂ ਮੇਰੇ ਵਿੱਚ ਪਿਓਂਦ ਹੋਣਾ ਹੈ। ਜਦ ਅਸੀਂ ਉਹਦੇ ਵਿੱਚ ਲੱਗ ਜਾਵਾਂਗੇ, ਜੰਗਲੀ ਬੂਟੀ ਤੋਂ ਤੋੜੇ ਗਏ ਔਰ ਚੰਗੀ ਦਾਖਲਤਾ ਦੇ ਵਿੱਚ ਅਸੀਂ ਪਿਓ ਦਿੱਤੇ ਗਏ। ਅਸੀਂ ਜੰਗਲੀ ਬੂਟੀ ਦੇ ਵਿੱਚ ਸੀਗੇ, ਸ਼ੈਤਾਨ ਦੇ ਨਾਲ ਜੁੜੇ ਹੋਏ ਸੀਗੇ, ਉਦੋਂ ਸ਼ੈਤਾਨ ਦਾ ਸੁਭਾਅ ਸਾਡੇ ਵਿੱਚ ਆ ਰਿਹਾ ਸੀ। ਹਾਲੇਲੂਇਆ। ਹਾਲੇਲੂਇਆ। ਪਰ ਪ੍ਰਭੂ ਯਿਸੂ ਕਹਿੰਦੇ ਕਿ ਤੁਹਾਨੂੰ ਉਹਦੇ ਤੋਂ ਤੋੜ ਕੇ ਚੰਗੀ ਦਾਖਲਤਾ ਦੇ ਵਿੱਚ ਅਰਥਾਤ ਯਿਸੂ ਦੇ ਵਿੱਚ ਲਾਇਆ ਗਿਆ। ਔਰ ਹੁਣ ਜ਼ਰੂਰੀ ਹੈ ਕਿ ਜਦ ਅਸੀਂ ਯਿਸੂ ਦੇ ਵਿੱਚ ਲਗਾਏ ਗਏ ਤਾਂ ਜੋ ਕੁਝ ਪ੍ਰਭੂ ਯਿਸੂ ਮਸੀਹਾ ਦੇ ਅੰਦਰ ਹੈ ਉਹ ਸਾਡੇ ਵਿੱਚ ਆਉਣਾ ਚਾਹੀਦਾ ਹੈ। ਜੇ ਨਹੀਂ ਆ ਰਿਹਾ ਤਾਂ ਹਜੇ ਵੀ ਕਿਤੇ ਨਾ ਕਿਤੇ ਸਾਡਾ ਰਿਸ਼ਤਾ ਸ਼ੈਤਾਨ ਦੇ ਨਾਲ ਜੁੜਿਆ ਹੋਇਆ ਹੈ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਜੇ ਅਸੀਂ ਦੇਖੀਏ, ਤੁਹਾਨੂੰ ਪਤਾ ਪੁਰਾਣੇ ਨਿਯਮ ਦੇ ਵਿੱਚ ਜਦ ਸ਼ਾਊਲ ਰਾਜਾ ਜੋ ਸੀ ਉਹਦੇ ਉੱਤੋਂ ਜਦ ਪਰਮੇਸ਼ਰ ਦਾ ਆਤਮਾ ਚਲਾ ਗਿਆ ਤਾਂ ਬਾਈਬਲ ਕਹਿੰਦਾ ਦੁਸ਼ਟ ਆਤਮਾ ਆਇਆ। ਔਰ ਹੋਇਆ ਕਿ ਉਹਨੇ ਦਾਊਦ ਨੂੰ ਸੱਦਿਆ, ਦਾਊਦ ਨੇ ਜਾ ਕੇ ਜਦ ਭਜਨ ਗਾਏ ਤਾਂ ਉੱਥੇ ਲਿਖਿਆ ਕਿ ਦੁਸ਼ਟ ਆਤਮਾ ਉਹਦੇ ਤੋਂ ਚਲਾ ਗਿਆ। ਫਿਰ ਕੀ ਹੋਇਆ ਕਿ ਅਚਾਨਕ ਥੋੜੀ ਦੇਰ ਬਾਅਦ ਦੁਸ਼ਟ ਆਤਮਾ ਸਾਊਲ ਦੇ ਉੱਤੇ ਦੁਬਾਰਾ ਆਇਆ ਔਰ ਸ਼ਾਊਲ ਨੇ ਇੱਕ ਭਾਲਾ ਚੱਕ ਕੇ ਦਾਊਦ ਨੂੰ ਮਾਰਿਆ। ਹਾਲੇਲੂਇਆ। ਹਾਲੇਲੂਇਆ। ਜੋ ਦੁਸ਼ਟ ਆਤਮਾ ਹੈ ਉਹ ਆ ਕੇ ਕ੍ਰੋਧਿਤ ਕਰਦਾ ਹੈ, ਉਹ ਈਰਖਾ ਕਰਾਉਂਦਾ ਹੈ, ਉਹ ਕਤਲ ਕਰਾਉਂਦਾ ਹੈ, ਉਹ ਬੁਰੇ ਕੰਮ ਕਰਾਉਂਦਾ ਹੈ। ਕਿਉਂਕਿ ਉਹਦਾ ਸੁਭਾਅ ਹੀ ਆ ਹੈ, ਉਹ ਤਾਂ ਹੈ ਹੀ ਦੁਸ਼ਟ। ਹਾਲੇਲੂਇਆ। ਹਾਲੇਲੂਇਆ। ਪਰ ਪਰਮੇਸ਼ਰ ਦਾ ਆਤਮਾ ਜੋ ਕਿ ਉਹਦਾ ਨਾਮ ਕੀ ਹੈ, ਪਵਿੱਤਰ ਆਤਮਾ। ਹਾਲੇਲੂਇਆ। ਉਹ ਜਦ ਆਉਂਦਾ ਹੈ ਉਹ ਸਾਨੂੰ ਪਵਿੱਤਰ ਕਰਦਾ ਹੈ। ਪ੍ਰਭੂ ਯਿਸੂ ਕਹਿੰਦੇ ਉਹ ਮੇਰਾ ਆਤਮਾ ਹੋਵੇਗਾ, ਮਤਲਬ ਕਿ ਉਹ ਯਿਸੂ ਵਰਗਾ ਸਾਨੂੰ ਬਣਾਵੇਗਾ। ਹਾਲੇਲੂਇਆ। ਹਾਲੇਲੂਇਆ। ਹੁਣ ਦੇਖੋ ਨਾ, ਤੁਸੀਂ ਇੱਕ ਸੂਰ ਦੀ ਆਦਤ ਹੈ ਗੰਦਗੀ 'ਚ ਰਹਿਣਾ, ਬਿੱਲੀ ਦੀ ਆਦਤ ਹੈ ਸਫਾਈ 'ਚ ਰਹਿਣਾ। ਸੋ ਬਿੱਲੀ ਦਾ ਆਤਮਾ ਕੱਢ ਕੇ ਸੂਰ 'ਚ ਪਾ ਦਿਓ ਤਾਂ ਸੂਰ ਕੀ ਆਪਣੇ ਆਪ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੰਦਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਆਤਮਾ ਉਹਦੇ ਅੰਦਰ ਆ ਗਿਆ। ਜਦ ਪ੍ਰਭੂ ਯਿਸੂ ਮਸੀਹਾ ਦਾ ਆਤਮਾ ਸਾਡੇ ਅੰਦਰ ਆਵੇਗਾ ਤਾਂ ਅਸੀਂ ਯਿਸੂ ਵਰਗੇ ਕੰਮ ਕਰਾਂਗੇ, ਆਪਣੇ ਸਵਰਗੀ ਬਾਪ ਵਰਗੇ ਕੰਮ ਕਰਾਂਗੇ। ਔਰ ਜੇ ਨਹੀਂ ਕਰ ਪਾ ਰਹੇ, ਉਹ ਪ੍ਰੇਮ ਦੀਆਂ ਖੂਬੀਆਂ ਜੋ ਦਸੀਆਂ ਗਈਆਂ, ਜੇ ਉਹ ਚੀਜ਼ਾਂ ਸਾਡੇ ਵਿੱਚ ਨਹੀਂ ਹਨ, ਜੇ ਉਹ ਬੁਰੇ ਕੰਮ ਸਾਡੇ ਵਿੱਚ ਹਨ, ਹਾਲੇਲੂਇਆ, ਅਸੀਂ ਕਿਤੇ ਨਾ ਕਿਤੇ ਹਜੇ ਉਹ ਪਰਮੇਸ਼ਰ ਦਾ ਸੁਭਾਅ ਸਾਡੇ ਵਿੱਚ ਨਹੀਂ ਆਇਆ। ਔਰ ਜੇ ਉਹ ਨਹੀਂ ਆਇਆ ਤਾਂ ਅਸੀਂ ਫਿਰ ਕਿਸੇ ਕੰਮ ਦੇ। ਹਾਲੇਲੂਇਆ। ਹਾਲੇਲੂਇਆ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਪਹਿਲੀ ਗੱਲ ਕੀ ਕਰਨੀ ਹੈ, ਪ੍ਰਾਰਥਨਾ ਕਰੀਏ। ਹਾਲੇਲੂਇਆ। ਹਾਲੇਲੂਇਆ। ਕਿ ਪਰਮੇਸ਼ਰ ਸਾਡੀ ਮਦਦ ਕਰ। ਔਰ ਦੂਜਾ ਕੰਮ ਜੋ ਹੈ, ਅਸੀਂ ਆਪਣੇ ਉੱਤੇ ਕਾਬੂ ਕਰਨਾ ਹੈ। ਪਰਮੇਸ਼ਰ ਨੇ ਕੀ ਕਿਹਾ, ਕਹਿੰਦਾ ਕਿ ਪਾਪ ਦਰਵਾਜ਼ੇ ਤੇ ਖੜਾ ਲਾਲਸਾ ਕਰਦਾ ਹੈ ਪਰ ਤੂੰ ਉਹਦੇ ਤੇ ਪ੍ਰਭੂਤਾ ਕਰ, ਤੂੰ ਉਹਨੂੰ ਹਰਾਉਣਾ ਹੈ। ਹਾਲੇਲੂਇਆ। ਪਰਮੇਸ਼ਰ ਆ ਨਹੀਂ ਕਹਿ ਰਿਹਾ ਕਿ ਪਾਪ ਦਰਵਾਜ਼ੇ ਤੇ ਖੜਾ, ਤੂੰ ਅੰਦਰ ਬਹਿ ਕੇ ਪ੍ਰਾਰਥਨਾ ਕਰ, ਮੈਂ ਹਰਾਉਂਗਾ। ਨਹੀਂ, ਪਰਮੇਸ਼ਰ ਕਹਿ ਰਿਹਾ ਹੈ ਕਿ ਮੈਂ ਤੈਨੂੰ ਤਾਕਤ ਦੇਵਾਂਗਾ, ਤੂੰ ਉਹਨੂੰ ਹਰਾਉਣਾ ਹੈ, ਤੂੰ ਉਹਦੇ ਤੇ ਜਿੱਤ ਪ੍ਰਾਪਤ ਕਰਨੀ ਹੈ। ਕ੍ਰੋਧ ਆਉਂਦਾ ਹੈ ਤਾਂ ਉਹਦੇ ਤੇ ਜਿੱਤ ਅਸੀਂ ਪ੍ਰਾਪਤ ਕਰਨੀ ਹੈ। ਅਸੀਂ ਪ੍ਰਾਰਥਨਾ ਨਹੀਂ ਕਰਨੀ ਕ੍ਰੋਧ ਹਟ ਜਾਵੇ ਯਿਸੂ, ਕ੍ਰੋਧ ਹਟ ਜਾਵੇ ਯਿਸੂ, ਨਾ, ਅਸੀਂ ਉਹਨੂੰ ਹਟਾਉਣਾ ਹੈ। ਪੌਲੁਸ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰ ਕੇ ਕੁੱਟ ਕੇ ਵਸ ਚ ਕਰਦਾ ਹਾਂ। ਆਪਣੇ ਸੁਭਾਅ ਨੂੰ ਅਸੀਂ ਵਸ ਚ ਕਰਨਾ ਹੈ। ਜੇ ਝੂਠ ਬੋਲਣ ਦੀ ਆਦਤ ਹੈ ਤਾਂ ਜਦ ਵੀ ਝੂਠ ਦਾ ਖਿਆਲ ਮਨ ਵਿੱਚ ਆਵੇ ਉਸੇ ਵੇਲੇ ਉਹਨੂੰ ਦੱਬ ਦਿਓ। ਜੇ ਗਾਲ ਕੱਢਣ ਦੀ ਆਦਤ ਹੈ, ਜਦ ਵੀ ਗਾਲ ਮੂੰਹ 'ਚ ਆਉਂਦੀ ਹੈ ਉਸੇ ਵੇਲੇ ਮਾਫੀ ਮੰਗ ਕੇ ਉਸੇ ਵੇਲੇ ਚੁੱਪ ਹੋ ਜਾਓ। ਜਦ ਵੀ ਮਨ ਦੇ ਵਿੱਚ ਗਾਲ ਆਉਂਦੀ ਹੈ, ਕਿਉਂਕਿ ਜੋ ਕੁਝ ਵੀ ਆਪਾਂ ਮੂੰਹ ਤੋਂ ਕੱਢਦੇ ਹਾਂ ਪਹਿਲਾਂ ਮਨ ਵਿੱਚ ਆਉਂਦਾ ਹੈ। ਬਾਈਬਲ ਕਹਿੰਦਾ ਹੈ, ਦਾਊਦ ਕਹਿੰਦਾ ਜੋ ਕੁਝ ਮੇਰੇ ਮਨ ਦੇ ਵਿੱਚ ਹੈ ਤੂੰ ਉਹਨੂੰ ਜਾਣ ਲੈਂਦਾ ਹੈ ਤੋਂ ਪਹਿਲਾਂ ਕਿ ਮੇਰੇ ਮੂੰਹ ਤੇ ਆਵੇ। ਸੋ ਪਹਿਲੋਂ ਖਿਆਲ ਮਨ ਵਿੱਚ ਆਉਂਦਾ ਹੈ, ਫਿਰ ਮੂੰਹ ਥਾਣੀ ਅਸੀਂ ਬੋਲਦੇ ਹਾਂ। ਹਾਲੇਲੂਇਆ। ਸੋ ਜੇ ਗਾਲ ਨਿਕਲਣ ਲੱਗੀ ਹੈ ਤਾਂ ਉਹਨੂੰ ਉੱਥੇ ਰੋਕ ਦੇਣਾ। ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੈ, ਉੱਥੇ ਕਹਿੰਦੇ ਹੈ ਨਿਪ ਦ ਡਿਵਲ ਇਨ ਦ ਬਡ। ਜਦ ਉਹ ਨਿਕਲਣ ਹੀ ਵਾਲਾ ਹੈ ਸ਼ੈਤਾਨ, ਉਹਨੂੰ ਉਦੋਂ ਹੀ ਦੱਬ ਦਿਓ, ਉਹਨੂੰ ਵੱਡਾ ਨਾ ਹੋਣ ਦਿਓ। ਅਸੀਂ ਉਹਨੂੰ ਪੁੰਗਰਨ ਹੀ ਨਹੀਂ ਦੇਣਾ। ਹਾਲੇਲੂਇਆ। ਸੋ ਦੋ ਕੰਮ ਕਰਨੇ ਹੈ। ਪਹਿਲੀ ਗੱਲ ਪ੍ਰਾਰਥਨਾ ਕਰਨੀ ਹੈ, ਪਰਮੇਸ਼ਰ ਆਪਣਾ ਆਤਮਾ ਦਾ ਵਰਦਾਨ ਦੇ, ਕਿਉਂਕਿ ਉਹਦਾ ਆਤਮਾ ਸਾਨੂੰ ਆ ਕੇ ਸਿਖਾਵੇਗਾ ਕੀ ਸਹੀ ਹੈ ਕੀ ਗਲਤ ਹੈ। ਦੂਸਰੀ ਗੱਲ ਅਸੀਂ ਕੀ ਕਰਨਾ ਹੈ, ਇਹਨਾਂ ਚੀਜ਼ਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਹੈ। ਬਾਈਬਲ ਨੂੰ ਪੜ੍ਹਨਾ ਹੈ ਤਾਂ ਕਿ ਬਾਈਬਲ ਤੋਂ ਸਾਨੂੰ ਪਤਾ ਲੱਗੇ ਕਿ ਆਹ ਚੀਜ਼ਾਂ ਪਰਮੇਸ਼ਰ ਦੇ ਖਿਲਾਫ ਹੈ। ਕਦੀ ਸੋਚਿਆ ਸੀਗਾ ਕਿ ਮੂਰਖ ਕਹਿਣਾ ਵੀ ਪਰਮੇਸ਼ਰ ਦੇ ਖਿਲਾਫ ਹੋਵੇਗਾ? ਨਹੀਂ। ਹਾਲੇਲੂਇਆ। ਹੁਣ ਬਾਈਬਲ ਪੜ੍ਹੀ ਤਾਂ ਜਾਣਿਆ ਕਿ ਯਾਰ ਮੂਰਖ ਕਹਿਣਾ ਵੀ ਪਾਪ ਹੈ, ਝੂਠ ਬੋਲਣਾ ਪਾਪ ਹੈ, ਚੁਗਲੀ ਪਾਪ ਹੈ। ਹਾਲੇਲੂਇਆ। ਹਾਲੇਲੂਇਆ। ਸੋ ਬਾਈਬਲ ਪੜਾਂਗੇ ਤਾਂ ਪਾਪਾਂ ਦੇ ਬਾਰੇ ਸਾਨੂੰ ਪਤਾ ਲੱਗੇਗਾ ਔਰ ਫਿਰ ਅਸੀਂ ਉਹਨਾਂ ਬਾਰੇ ਜਾਣ ਕੇ ਅਸੀਂ ਉਹਨਾਂ ਤੋਂ ਦੂਰ ਰਹਿ ਸਕਾਂਗੇ। ਔਰ ਜਦ ਦੂਰ ਹੋਵਾਂਗੇ, ਜਿੰਨਾ ਪਾਪਾਂ ਤੋਂ ਦੂਰ ਹੋਵਾਂਗੇ, ਉਨਾ ਅਸੀਂ ਪਰਮੇਸ਼ਰ ਦੇ
ਨੇੜੇ ਹੁੰਦੇ ਜਾਵਾਂਗੇ। ਹਾਲੇਲੂਇਆ। ਹਾਲੇਲੂਇਆ। ਔਰ ਜਦ ਉਹਦੇ ਨੇੜੇ ਚਲੇ ਜਾਵਾਂਗੇ ਤਾਂ ਬਾਈਬਲ ਕਹਿੰਦਾ ਹੈ ਜਿਸ ਤਰ੍ਹਾਂ ਪਿਤਾ ਔਰ ਮੈਂ ਇੱਕ ਹਾਂ ਉਸੇ ਤਰ੍ਹਾਂ ਤੁਸੀਂ ਮੇਰੇ ਵਿੱਚ ਇੱਕ ਹੋ ਜਾਓ। ਹਾਲੇਲੂਇਆ। ਹਾਲੇਲੂਇਆ। ਜਦ ਉਹਦੇ ਵਿੱਚ ਇੱਕ ਹੋ ਜਾਵਾਂਗੇ ਫਿਰ ਲੋਕਾਂ ਨੂੰ ਸਾਡੇ ਵਿੱਚੋਂ ਵੀ ਪ੍ਰਭੂ ਯਿਸੂ ਮਸੀਹਾ ਦਾ ਸੁਭਾਅ ਨਜ਼ਰ ਆਵੇਗਾ। ਹਾਲੇਲੂਇਆ। ਫਿਰ ਅਸੀਂ ਵੀ ਯਿਸੂ ਨੂੰ ਪ੍ਰਾਰਥਨਾ ਕਰਾਂਗੇ ਤਾਂ ਰੋਗੀ ਚੰਗੇ ਹੋਣਗੇ, ਦੁਸ਼ਟ ਆਤਮਾ ਦੇ ਜਕੜੇ ਹੋਏ ਆਜ਼ਾਦ ਹੋ ਜਾਣਗੇ। ਹਾਲੇਲੂਇਆ। ਹਾਲੇਲੂਇਆ। ਸੋ ਅੱਜ ਦਾ ਵਚਨ ਇਹੀ ਹੈ ਕਿ ਅਸੀਂ ਆਪਣੇ ਬਾਪ ਯਹੋਵਾ ਵਰਗੇ ਬਣਨਾ ਹੈ। ਆਪਣੇ ਬਾਪ ਸਵਰਗੀ ਪਿਤਾ ਜੋ ਪਰਮੇਸ਼ਰ ਹੈ, ਜਿਸ ਦਾ ਇਕਲੌਤਾ ਬੇਟਾ ਪ੍ਰਭੂ ਯਿਸੂ ਮਸੀਹਾ ਹੈ, ਉਹਨਾਂ ਵਰਗੇ ਬਣਨਾ ਹੈ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਇਹਨਾਂ ਵਚਨਾਂ ਤੇ